ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਵਿੱਚੋਂ ਪੇਸ਼ ਹੈ ਭੂਰਾ ਸਿੰਘ ਕਲੇਰ ਦੀ ਲਿਖੀ ਹੋਈ ਕਹਾਣੀ ਬੇਗਮ ਫਾਤਿਮਾ। ਸੋਨੇ ਦੇ ਲੌਂਗ ਦੀ ਥਾਂ ਹੁਣ ਉਸ ਦੇ ਨੱਕ ਵਿੱਚ ਸਿਰਫ ਸੁਰਾਖ ਹੀ ਰਹਿ ਗਿਆ ਸੀ। ਜਵਾਨੀ ਦੀ ਸਿਖਰ ਦੁਪਹਿਰ ਬੁਢਾਪੇ ਦੀ ਸ਼ਾਮ ਵਿੱਚ ਢਲ ਗਈ ਸੀ। ਫਾਤਿਮਾ ਬੇਗਮ ਤੋਂ ਉਹ ਹੁਣ ਫੱਤੀ ਮਲੰਗਣੀ ਬਣ ਗਈ ਸੀ। ਕਾਲੇ ਕੱਪੜੇ ਪਾਈ, ਮੋਢੇ ਬਗਲੀ, ਹੱਥ ਸੋਟੀ ਫੜੀ, ਉਹ ਸਵੇਰੇ ਹੀ ਆਟਾ ਮੰਗਣ ਪਿੰਡ ਵਿੱਚ ਨਿਕਲ ਪੈਂਦੀ। ਉਸ ਦਾ ਝੁਰੜੀਆਂ ਪਿਆ ਗੋਰਾ ਮੂੰਹ ਠਾਠਾ ਮਾਰਦੀ ਜਵਾਨੀ ਦੇ ਅਤੀਤ ਦੀ ਯਾਦ ਦਿਵਾ ਰਿਹਾ ਹੁੰਦਾ। ਖੈਰ ਹੋਵੇ, ਅੱਲਾ ਰਾਜੀ ਰੱਖੇ। ਉਹ ਕਿਸੇ ਅਨੋਖੀ ਤਸੱਲੀ ਨਾਲ ਪਿੰਡ ਵਿੱਚ ਅਲਖ ਜਗਾਉਂਦੀ ਫਿਰਦੀ। ਦੁਪਹਿਰ ਤੱਕ ਬਗਲੀ ਆਟੇ ਦੀ, ਕੁਝ ਦਾਲ ਭਾਜੀ ਤੇ ਤੂੰਬਾ ਲੱਸੀ ਦਾ ਮੰਗ। ਜਦ ਉਹ ਆਪਣੇ ਕੱਚੇ ਘਰ ਵਿੱਚ ਵੜਦੀ ਤਾਂ ਬਾਹਰ ਵਿੱਚੋਂ ਹੀ ਫਜ਼ਲੂ ਨੂੰ ਆਵਾਜ਼ ਮਾਰਦੀ, ਏ ਮੀਆਂ ਫਜ਼ਲਦੀਨ। ਹਾਂ ਫਾਤਿਮਾ। ਜੀਣਾ ਏ? ਬਿਲਾ ਸ਼ੱਕ। ਇਸ ਉਮਰ ਦੀ ਸ਼ਾਮ ਵਿੱਚ ਉਹਨਾਂ ਦਾ ਝੁਰੜੀਆਂ ਭਰਿਆ ਹਾਸਾ ਆਪਸ ਵਿੱਚ ਇੱਕ ਮਿੱਕ ਹੋ ਜਾਂਦਾ। ਨਾਨਾ ਆਇਆ ਹੋਇਆ ਸੀ। ਉਹ ਕੱਚੇ ਦਰਵਾਜ਼ੇ ਵਿੱਚ ਨਵਾਰ ਨਾਲ ਬੁਣੇ ਪਲੰਘ ਉੱਤੇ ਬੈਠਾ ਸੀ। ਖੈਰ ਹੋਵੇ, ਅੱਲਾ ਰਾਜੀ ਰੱਖੇ। ਬਾਹਰ ਵਿੱਚ ਆ ਕੇ ਡੰਗੋਰੀ ਤੇ ਹੱਥਾਂ ਦਾ ਭਾਰ ਦੇ ਕੇ ਫੱਤੀ ਨੇ ਨਾਨੇ ਨੂੰ ਸਲਾਮ ਕੀਤੀ। ਤਕੜੇ ਚੌਧਰੀ, ਸੁਖ ਸਾਂਦੀ? ਹਾਂ ਫਾਤਿਮਾ, ਤੂੰ ਆਪਣੀ ਦੇ ਗੱਲ। ਅੱਲਾ ਦੀ ਮਿਹਰਾ ਚੌਧਰੀ। ਬਹਿ ਜਾ, ਲੱਸੀ ਪਾਣੀ ਪੀ ਲੈ। ਪਰ ਉਸ ਖੜੀ ਖੜੀ ਨੇ ਹੀ ਉਦਾਸੀ ਦੇ ਆਲਮ ਚੋਂ ਕਿਹਾ, ਜੇ ਕੁੜੀ ਘਰੇ ਆਏ ਤਾਂ ਖੈਰ ਪਾ ਦੇਵੇਗੀ, ਬਿਸ਼ਨੀ ਤਾਂ ਮੈਨੂੰ ਖੈਰ ਨਹੀਂ ਪਾਉਂਦੀ। ਮਾਂ ਅਕਸਰ ਦਾਦੀ ਤੋਂ ਅੱਖ ਬਚਾ ਕੇ ਉਸ ਨੂੰ ਆਟੇ ਦਾ ਕੌਲ ਪਾ ਦਿੰਦੀ। ਇਸੇ ਲਈ ਉਹ ਨਾਨੇ ਕੋਲ ਮਾਂ ਦੀ ਤਾਰੀਫ ਕਰ ਰਹੀ ਸੀ, ਪਰ ਦਾਦੀ ਉਸਦੇ ਕਈ ਵਾਰ ਗਲ ਪੈ ਜਾਂਦੀ ਸੀ। ਚੱਲ ਨੀ ਚੱਲ, ਪਿੰਡ ਦੀ ਸਰਦਾਰਨੀ ਬਣ ਕੇ ਹੁਣ ਮੰਗਣ ਚੜ੍ਹ ਪਈ। ਤੈਨੂੰ ਹੁਣ ਸ਼ਰਮ ਨਹੀਂ ਆਉਂਦੀ? ਦਾਦੀ ਪਤਾ ਨਹੀਂ ਉਸਨੂੰ ਕੀ ਕੀ ਤੱਤੀਆਂ ਠੰਡੀਆਂ ਆਖਦੀ। ਉਹ ਵਿਚਾਰੀ ਪਾਣੀ ਵਾਂਗੂ ਪੀ ਕੇ ਹੇ ਅੱਲਾ, ਹੇ ਮੌਲਾ ਆਖਦੀ ਤੁਰ ਜਾਂਦੀ। ਇੱਕ ਗੱਲੋਂ ਦਾਦੀ ਵੀ ਸੱਚੀ ਸੀ, ਪਰ ਕਸੂਰ ਫਾਤਿਮਾ ਦਾ ਵੀ ਨਹੀਂ ਸੀ। ਫਾਤਿਮਾ ਨੂੰ ਜਦ ਫਜ਼ਲੂ ਮਲੰਗ ਨਵੀਂ ਵਿਆਹ ਕੇ ਲਿਆਇਆ ਸੀ ਤਾਂ ਪਿੰਡ ਵਿੱਚ ਧੁੰਮ ਮੱਚ ਗਈ ਸੀ ਕਿ ਫਜ਼ਲੂ ਦੀ ਬਹੂ ਅੱਤ ਦਰਜੇ ਦੀ ਸੋਹਣੀ ਹੈ। ਪਿੰਡ ਦੀ ਹਰ ਵੀਹੀ ਵਿੱਚ ਜਨਾਨੀਆਂ ਉਸਦੇ ਰੂਪ ਦੀਆਂ ਗੱਲਾਂ ਕਰਦੀਆਂ। ਜਦ ਇਸ ਗੱਲ ਦਾ ਸ਼ਾਮੇ ਕੇ ਜੰਗ ਨੂੰ ਪਤਾ ਲੱਗਾ ਤਾਂ ਉਸਨੇ ਫਜ਼ਲੂ ਮਲੰਗ ਦੇ ਘਰ ਵੱਲ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਫਾਤਿਮਾ ਉਸਦੇ ਨਜ਼ਰੀ ਪੈ ਗਈ, ਜਿਵੇਂ ਬੱਦਲਾਂ ਵਿੱਚੋਂ ਚੰਦਰਮਾ ਨਿਕਲਿਆ ਹੁੰਦਾ ਹੈ। ਅਗਲੇ ਦਿਨ ਸਿਖਰ ਦੁਪਹਿਰੇ ਜੰਗ ਉਸ ਨੂੰ ਘਰੋਂ ਚੁੱਕ ਘੋੜੀ ਉੱਤੇ ਲੱਦ ਆਪਣੇ ਘਰੇ ਲੈ ਗਿਆ। ਫਾਤਿਮਾ ਬਥੇਰਾ ਰੋਈ ਪਿੱਟੀ। ਜੰਗ ਦੇ ਦੋਵੇਂ ਮਹਿੰਦੀ ਵਾਲੇ ਹੱਥਾਂ ਦੇ ਦੁਹੱਥੜ ਮਾਰੇ, ਪਰ ਕੌਣ ਬੋਲਦਾ ਜੰਗ ਅੱਗੇ? ਉਸ ਨਾਲ ਟੱਕਰ ਕੌਣ ਲਾਉਂਦਾ, ਜੋ ਪਿੰਡ ਵਿੱਚ ਹੀ ਨਹੀਂ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਮੰਨਿਆ ਹੋਇਆ ਵੈਲੀ ਸੀ। ਇਲਾਕੇ ਦੀ ਬਦਮਾਸ਼ੀ ਦੀ ਗੁਰਜ ਉਸ ਪਾਸ ਹੀ ਸੀ। ਉਹ 6 ਫੁੱਟਾ ਗੱਭਰੂ, ਰੰਗ ਸਾਂਵਲਾ,
ਮੋਟੀਆਂ ਮੋਟੀਆਂ ਅੱਖਾਂ ਦੀ ਕਤਰੀ ਹੋਈ ਦਾੜੀ ਨਾਲ, ਮੁੱਛਾਂ ਕੁੰਡੀਆਂ ਕਰਕੇ ਰੱਖਦਾ। ਜ਼ਮੀਨ ਕਾਫੀ ਸੀ, ਇਕੱਲਾ ਪੁੱਤ ਸੀ। ਘਰ ਬਹੁਤ ਖੁੱਲ੍ਹਾ ਸੀ। 10-12 ਮੱਝਾਂ ਹਾਥੀਆਂ ਵਰਗੀਆਂ, 2 ਬਲਦ, 1 ਬੋਤਾ ਤੇ ਘੋੜੀ ਉਸ ਦੇ ਘਰ ਦਾ ਸ਼ਿੰਗਾਰ ਸਨ। ਕਈ ਸ਼ਿਕਾਰੀ ਤੇ ਬੁਲੀ ਕੁੱਤੇ ਰੱਖੇ ਹੋਏ ਸਨ। ਇੱਕ ਵੱਡਾ ਸਾਰਾ ਕੁੱਕੜਾਂ ਦਾ ਖੁੱਡਾ ਸੀ। ਘਰ ਦੀ ਛੱਤ ਉੱਤੇ ਚੁਬਾਰੇ ਕੋਲ ਕਬੂਤਰਾਂ ਦਾ ਵੀ ਖੁੱਡਾ ਸੀ। ਕਈ ਕਾਮੇ ਸੀਰੀ ਰਲਾਏ ਹੋਏ ਸਨ। ਜੰਗ ਦੀ ਖੁਰਾਕ ਬਹੁਤ ਸੀ। ਉਹ ਪੂਰਾ ਪਤੀਲਾ ਦੁੱਧ ਦਾ ਪੀ ਜਾਂਦਾ। ਦਿਨ ਵਿੱਚ ਸੇਰ ਘਿਓ ਖਾਣਾ ਉਸ ਲਈ ਆਮ ਗੱਲ ਸੀ। ਪਹਿਲਾਂ ਉਹ ਸੌਂਚੀ ਪੱਕੀ ਦਾ ਵਧੀਆ ਖਿਡਾਰੀ ਸੀ। ਫਿਰ ਕਈ ਲੜਾਈਆਂ ਵਿੱਚ ਆ ਕੇ ਡਾਂਗ ਚਲਾਉਣ ਦਾ ਧਨੀ ਹੋ ਗਿਆ। ਸੰਮਾਂ ਵਾਲੀ ਡਾਂਗ ਹਰ ਵਕਤ ਬਕਾਇਦਾ ਤੇਲ ਲਾ ਕੇ ਕੰਧ ਨਾਲ ਰੱਖੀ ਹੁੰਦੀ। ਡਾਂਗ ਦੀ ਲੜਾਈ ਵਿੱਚ ਉਹ ਕਈ ਆਦਮੀਆਂ ਤੋਂ ਮਾਰ ਨਹੀਂ ਸੀ ਖਾਂਦਾ। ਇਹ ਕੌਤਕ ਪਿੰਡ ਵਾਲਿਆਂ ਨਥਾਣੇ ਦੇ ਮੇਲੇ ਉੱਤੇ ਕਈ ਵਾਰ ਵੇਖਿਆ ਸੀ। ਆਸੇ ਪਾਸੇ ਦੇ ਪਿੰਡਾਂ ਦੇ ਬਦਮਾਸ਼ ਮਿੱਥ ਕੇ ਆਉਂਦੇ, ਪੂਰੀ ਤਿਆਰੀ ਕਰਕੇ ਕਿ ਸ਼ਾਮੇ ਕੇ ਜੰਗ ਨਾਲ ਟੱਕਰ ਲਵਾਂਗੇ। ਡਾਂਗ ਚੱਲਦੀ, ਲੋਕ ਤਮਾਸ਼ਾ ਵੇਖਦੇ। ਜੰਗ ਦੀ ਜਿਸ ਦੇ 1 ਵੱਜ ਜਾਂਦੀ, ਉਸੇ ਨਾਲ ਹੀ ਡਿੱਗ ਪੈਂਦਾ। ਉਹ ਡਿੱਗੇ ਹੋਏ ਦੇ ਨਹੀਂ ਮਾਰਦਾ ਸੀ। ਉਸ ਸਮੇਂ ਇਸ ਗੱਲ ਨੂੰ ਕਾਇਰਤਾ ਆਖਿਆ ਜਾਂਦਾ। ਸ਼ਾਮੇ ਕੇ ਜੰਗ ਦੀ ਪੂਰੀ ਗੁੱਡੀ ਚੜੀ ਹੋਈ ਸੀ। ਜੰਗ ਦਾ ਵਿਆਹ ਬਚਪਨ ਵਿੱਚ ਹੀ ਹੋ ਗਿਆ ਸੀ। ਜਦ ਉਹ ਪੂਰਾ ਘੂਕਰਿਆ ਜਵਾਨ ਹੋਇਆ ਤਾਂ ਇੱਕ ਤੀਵੀਂ ਉਹ ਵਿਸਾਖੀ ਦੇ ਮੇਲੇ ਤੋਂ ਕਿਸੇ ਦੂਸਰੇ ਪਿੰਡ ਦੇ ਬਦਮਾਸ਼ਾਂ ਕੋਲੋਂ ਖੋਹ ਲਿਆਇਆ ਸੀ। ਤੀਜੀ ਉਹ ਫਾਤਮਾ ਨੂੰ ਚੁੱਕ ਕੇ ਘਰੇ ਲੈ ਗਿਆ ਸੀ। ਫਾਤਮਾ ਉਸ ਅੱਗੇ ਦੂਜੀਆਂ ਨਾਲੋਂ ਜ਼ਿਆਦਾ ਬੋਲਦੀ, ਕੜਕ ਕੜਕ ਬੋਲਦੀ। ਕਈ ਵਾਰ ਗੁੱਸੇ ਵਿੱਚ ਆ ਕੇ ਉਹ ਜੰਗ ਨੂੰ ਗਾਲਾਂ ਵੀ ਕੱਢਦੀ। ਉਹ ਫਾਤਮਾ ਨੂੰ ਬਹੁਤ ਕੁੱਟਦਾ। ਉਹ ਗਾਲਾਂ ਦੇਣੋਂ ਨਾ ਹਟਦੀ, ਭਾਵੇਂ ਕੁੱਟ ਦੀ ਮਾਰੀ ਬੇਹੋਸ਼ ਹੋ ਜਾਂਦੀ। ਫਾਤਮਾ ਤੇ ਪਹਿਰੇ ਲਾਏ ਹੋਏ ਸਨ ਕਿ ਭੱਜ ਨਾ ਜਾਵੇ। ਉਹ ਫਜ਼ਲੂ ਨੂੰ ਹਾਕਾ ਮਾਰ ਕੇ ਕਈ ਵਾਰ ਉੱਚੀ ਉੱਚੀ ਰੋਂਦੀ। ਜਿਸ ਦਿਨ ਫਾਤਮਾ ਨੂੰ ਜੰਗ ਚੁੱਕ ਕੇ ਘਰ ਲੈ ਗਿਆ ਸੀ, ਉਸੇ ਦਿਨ ਆਥਣੇ ਜਦ ਬੱਕਰੀਆਂ ਚਾਰ ਕੇ ਫਜ਼ਲੂ ਘਰ ਆਇਆ ਤਾਂ ਆਂਢ ਗੁਆਂਢ ਕੋਲੋਂ ਉਸ ਨੂੰ ਸਾਰੀ ਘਟਨਾ ਦਾ ਪਤਾ ਲੱਗਿਆ। ਉਸਨੇ ਪੂਰਾ ਕ੍ਰੋਧ ਨਾਲ ਗੰਡਾਸੀ ਚੁੱਕੀ, ਲਲਕਾਰੇ ਤੇ ਚੀਕਾਂ ਮਾਰਦਾ ਜੰਗ ਦੇ ਘਰ ਵੱਲ ਭੱਜ ਪਿਆ। ਕੋਈ ਵੀ ਉਸ ਨਾਲ ਨਾ ਗਿਆ। ਉਸਨੇ ਜੰਗ ਦੇ ਬਾਰ ਵਿੱਚ ਜਾ ਕੇ ਕਿੱਲਾਂ ਵਾਲਿਆਂ ਤਖਤਿਆਂ ਉੱਤੇ ਗੰਡਾਸੀ ਦੇ ਟੱਕ ਮਾਰਨੇ ਸ਼ੁਰੂ ਕਰ ਦਿੱਤੇ। ਉਹ ਜੰਗ ਨੂੰ ਉੱਚੀ ਉੱਚੀ ਗਾਲਾਂ ਕੱਢ ਰਿਹਾ ਸੀ। ਬਾਹਰ ਨਿਕਲ ਓਏ, ਤੇਰੀ। ਜੰਗ ਆਪਣੇ 2 ਕਾਮਿਆਂ ਨਾਲ ਬਾਹਰ ਆਇਆ। ਫਜ਼ਲੂ ਦੀ ਗੰਡਾਸੀ ਨੂੰ ਡਾਂਗ ਤੇ ਰੋਕੀ ਰੱਖਿਆ। ਫਜ਼ਲੂ ਜਦ ਹੰਭ ਗਿਆ ਤਾਂ ਜੰਗ ਨੇ ਉਸ ਨੂੰ ਕੁੱਟ-ਕੁੱਟ ਅਧਮੋਇਆ ਕਰ ਦਿੱਤਾ। ਉਸ ਦੇ ਕਾਮੇ ਚੁੱਕ ਕੇ ਫਜ਼ਲੂ ਨੂੰ ਉਸ ਦੇ ਘਰੇ ਸੁੱਟ ਗਏ। ਫਜ਼ਲੂ ਦੀਆਂ ਲੱਤਾਂ ਬਾਹਾਂ ਬਹੁਤ ਕੁੱਟੀਆਂ ਸਨ। ਉਹ ਮੰਜੇ ਤੇ ਪਿਆ ਚੀਕਾਂ ਮਾਰ ਕੇ ਰੋਂਦਾ ਰਹਿੰਦਾ। ਆਂਢੀ ਗੁਆਂਢੀ ਉਸ ਨੂੰ ਰੋਟੀ ਪਾਣੀ ਦੇ ਕੇ ਦਿਲਾਸੇ ਦਿੰਦੇ ਰਹੇ। ਮੀਆਂ ਸਬਰ ਕਰ, ਸਕਤੇ ਦਾ 27 ਆ। ਫਜ਼ਲੂ ਜਦ ਥੋੜਾ ਤਕੜਾ ਹੋਇਆ ਤਾਂ ਫਿਰ ਪਿੰਡ ਵਿੱਚ ਨਿਕਲ ਪਿਆ। ਉਹ ਹਰ ਕਿਸੇ ਅੱਗੇ ਰੋ ਰੋ ਕੇ ਲੀਲੜੀਆਂ ਕੱਢਦਾ। ਜੈਲਦਾਰਾ, ਲੰਬੜਦਾਰਾ, ਮੇਰੀ ਫਾਤਮਾ ਮੁੜਵਾ ਦਿਓ, ਮੇਰੇ ਨਾਲ ਥਾਣੇ ਚੱਲੋ, ਤੁਹਾਡੀ ਖੈਰ ਹੋਵੇ। ਪਰ
ਕੋਈ ਵੀ ਨਾ ਉਸਦੀ ਸੁਣਦਾ। ਉਹ ਕਈ ਦਿਨ ਘਰੇ ਚੁੱਪ ਬੈਠਾ ਰਿਹਾ। ਫਿਰ ਇੱਕ ਦਿਨ ਡੇਰੇ ਨੇੜਲੀ ਖੂਹੀ ਵਿੱਚ ਗਿਆ। ਉਸ ਸੋਚਿਆ ਕਿ ਇਹੋ ਜਿਹੀ ਜਿਉਣੀ ਨਾਲੋਂ ਖੂਹੀ ਵਿੱਚ ਛਾਲ ਮਾਰ ਕੇ ਮਰ ਜਾਵੇ। ਜਦ ਹੀ ਉਹ ਖੂਹੀ ਦੀ ਮੌਣ ਉੱਤੇ ਚੜ੍ਹਿਆ ਤਾਂ ਮਗਰੋਂ ਗੰਗਾ ਰਾਮ ਸਾਧ ਦੀ ਆਵਾਜ਼ ਸੁਣੀ, ਓਏ ਕਮਲਿਆ, ਠਹਿਰ, ਕਿਉਂ ਜਾਨ ਗਵਾਉਣੇ? ਜੇ ਮਰ ਵੀ ਗਿਆ ਤਾਂ ਫਿਰ ਕਿਹੜਾ ਤੇਰੇ ਬਿਨਾਂ ਮੱਸਿਆ ਲੱਗਣੋਂ ਹਟ ਜੂ? ਅੱਗੇ ਬਥੇਰੀ ਦੁਨੀਆ ਇਸ ਤਰ੍ਹਾਂ ਮਰੀ ਹੈ। ਸਬਰ ਕਰ, ਅੱਲਾ ਅੱਲਾ ਪੁਕਾਰ। ਸਬਰ ਬੜੀ ਚੀਜ਼ ਹੁੰਦਾ ਹੈ। 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਜ਼ਰੂਰ ਹੁੰਦਾ ਹੈ। ਫਜ਼ਲੂ ਨੂੰ ਬਾਹੋਂ ਫੜ ਗੰਗਾ ਰਾਮ ਡੇਰੇ ਵਿੱਚ ਲੈ ਆਇਆ। ਉਹ ਉੱਥੇ ਹੀ ਰਹਿਣ ਬਸੇਰਾ ਕਰਨ ਲੱਗ ਪਿਆ। ਬੱਕਰੀਆਂ ਉਸਦੇ ਰਿਸ਼ਤੇਦਾਰ ਲੈ ਗਏ। ਉਸਦੀ ਕੱਚੀ ਸਵਾਤ ਨੂੰ ਜਿੰਦਾ ਲਾ ਗਏ। ਫਜ਼ਲੂ ਡੇਰੇ ਵਿੱਚ ਬੈਠਾ ਉੱਚੀ ਉੱਚੀ ਰੋਈ ਜਾਂਦਾ। ਫਿਰ ਚੀਕਾਂ ਮਾਰ ਕੇ ਜੰਗ ਨੂੰ ਗਾਲਾਂ ਕੱਢੀ ਜਾਂਦਾ। ਗੰਗਾ ਰਾਮ ਉਸ ਨੂੰ ਬਥੇਰਾ ਆਖਦਾ ਕਿ ਕਿਉਂ ਜ਼ੁਬਾਨ ਗੰਦੀ ਕਰਦਾ ਹੈ। ਕਈ ਵਾਰ ਉਹ ਉੱਚੀ ਉੱਚੀ ਹੱਸਣ ਲੱਗ ਪੈਂਦਾ। ਇੱਕ ਦਿਨ ਉਸਨੂੰ ਕੀ ਸੁੱਝੀ ਕਿ ਹੱਟੀ ਤੋਂ 1 ਸੁਪਾਰੀ, 1 ਤਾਂਬੇ ਦਾ ਪੈਸਾ, 2 ਕੌਡੀਆਂ, 1 ਲਾਲ ਲੀਰ ਵਿੱਚ ਚੌਲਾਂ ਦੇ ਦਾਣੇ ਬੰਨ ਸਾਰਿਆਂ ਨੂੰ ਖੰਮਣੀ ਨਾਲ ਬੰਨ ਗਿੱਟੇ ਤੇ ਬੰਨ ਲੈ। ਪਿੰਡ ਦੀਆਂ ਵੀਹਾਂ ਵਿੱਚ ਤੁਰਿਆ ਫਿਰਦਾ। ਹਰ ਕਿਸੇ ਦੇ ਅੱਗੇ ਹੋ ਕੇ ਆਖਦਾ, ਦੇਖੋ ਦੇਖੋ, ਮੇਰੇ ਗਾਨਾ ਬੰਨਿਆ ਹੋਇਆ ਹੈ, ਸਿਹਰੇ ਬੰਨੇ ਹੋਏ ਨੇ। ਮੈਂ ਸ਼ਾਮੇ ਕੇ ਘਰੇ ਢੁੱਕੂੰਗਾ। ਮੈਂ ਉਸਦੀ ਭੈਣ ਨਾਲ ਨਿਕਾਹ ਕਰੂੰ। ਉਸਨੇ ਲੀਰਾਂ ਫਾੜ ਕੇ ਮੱਥੇ ਤੇ ਸਿਹਰੇ ਬੰਨ ਲਏ ਸਨ। ਅਗਲੇ ਮੂੰਹ ਫੇਰ ਕੇ ਕੋਲ ਦੀ ਲੰਘ ਜਾਂਦੇ। ਗੰਗਾ ਰਾਮ ਨੇ ਉਸਨੂੰ ਬਹੁਤ ਵਰਜਿਆ। ਜਦ ਉਹ ਨਾ ਮੰਨਿਆ ਤਾਂ ਉਸਨੇ ਫਜ਼ਲੂ ਨੂੰ ਡੇਰੇ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਉਹ ਵੀਹਾਂ ਵਿੱਚ ਫਿਰਦਾ ਰਹਿੰਦਾ। ਰੋਟੀ ਪਾਣੀ ਕਦੇ ਕੋਈ ਦੇ ਦਿੰਦਾ ਤੇ ਕਦੇ ਕੋਈ। ਆਥਣ ਨੂੰ ਕਦੇ ਆਪਣੇ ਕੱਚੇ ਘਰ ਦੇ ਛਤੜੇ ਵਿੱਚ ਆ ਡਿੱਗਦਾ, ਜਾਂ ਕਦੇ ਫਿਰ ਡੇਰੇ ਦੇ ਬਾਰ ਵਿੱਚ ਜਾ ਬਹਿੰਦਾ। ਜਦ ਇਸ ਗੱਲ ਦਾ ਜੰਗ ਨੂੰ ਪਤਾ ਲੱਗਾ ਤਾਂ ਉਹ ਘੋੜੀ ਉੱਤੇ ਲੱਭਦਾ ਡੇਰੇ ਦੇ ਬਾਰ ਵਿੱਚ ਆ ਗਿਆ। ਘੋੜੀ ਤੇ ਚੜ੍ਹੇ ਨੇ ਹੀ ਫਜ਼ਲੂ ਨੂੰ ਸ਼ਮਕਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਫਜ਼ਲੂ ਉੱਚੀ ਉੱਚੀ ਗਾਲਾਂ ਕੱਢੀ ਗਿਆ, ਮਾਰ ਭਣੋਈਏ ਦੇ, ਆ ਹੋਰ ਮਾਰ, ਜਾਂ ਤਾਂ ਜਾਨੋਂ ਮਾਰ ਦੇ, ਨਹੀਂ ਮੈਂ ਤੁਹਾਡੇ ਘਰੇ ਢੁੱਕੂ ਸਿਹਰੇ ਬੰਨ ਕੇ। ਰੌਲਾ ਸੁਣ ਕੇ ਡੇਰੇ ਵਿੱਚੋਂ ਗੰਗਾ ਰਾਮ ਸਾਧ ਵੀ ਨਿਕਲ ਆਇਆ। ਜੰਗ ਨੂੰ ਗੰਗਾ ਰਾਮ ਨੇ ਥੋੜੀ ਉੱਚੀ ਆਵਾਜ਼ ਵਿੱਚ ਆਖਿਆ, ਦੇਖ ਓਏ ਸਰਦਾਰਾ, ਜੋ ਤੂੰ ਕਰ ਲਈ ਸੋ ਤਾਂ ਕਰ ਲਈ। ਜੇ ਇਸ ਮਲੰਗ ਨੂੰ ਮਾਰ ਦਿੱਤਾ ਨਾ, ਤੇਰੇ ਕੋਲੋਂ 7 ਜਨਮ ਪਾਪ ਨਹੀਂ ਲੈਣਾ। ਸੋਚ ਲੈ, ਗਰੀਬ ਨੂੰ ਕੀ ਮਾਰਨਾ ਹੋਇਆ? ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਕਾਈ। ਤੂੰ ਕਿਸੇ ਆਪਣੇ ਵਰਗੇ ਨਾਲ ਭਿੜੀ, ਫੇਰ ਤਾਂ ਗੱਲ ਠੀਕ ਹੈ। ਅਤੇ ਜੰਗ ਘੋੜੀ ਨੂੰ ਅੱਡੀ ਲਾ ਕੇ ਚਲਿਆ ਗਿਆ ਸੀ। ਜੰਗ ਦੀਆਂ ਪਹਿਲਾਂ ਵਾਲੀਆਂ ਦੋਵੇਂ ਔਰਤਾਂ ਦੀ ਗੋਦੀ ਇੱਕ ਇੱਕ ਕੁੜੀ ਸੀ, ਪਰ ਫਾਤਮਾ ਕੁੱਖੋਂ ਨਹੀਂ ਸੀ ਫੁੱਟੀ। ਫਾਤਮਾ ਕਈ ਵਾਰ ਜੰਗ ਦੇ ਘਰ ਦੀ ਛੱਤ ਤੇ ਚੜ੍ਹ ਰੋ ਰੋ ਕੇ ਉੱਚੀ ਆਵਾਜ਼ਾਂ ਮਾਰਨ ਲੱਗ ਪੈਂਦੀ, ਏ ਮੀਆਂ ਫਜ਼ਲਦੀਨ। ਜੇ ਕਦੇ ਵੀਹਾਂ ਵਿੱਚ ਫਿਰਦੇ ਫਜ਼ਲੂ ਨੂੰ ਉਸ ਦੀਆਂ ਆਵਾਜ਼ਾਂ ਸੁਣ ਪੈਂਦੀਆਂ ਤਾਂ ਉਹ ਵੀ ਰੋ ਰੋ ਕੇ ਉਸ ਨੂੰ ਆਵਾਜ਼ਾਂ ਦੇਣ ਲੱਗ ਪੈਂਦਾ, ਏ ਮੇਰੀ ਬੇਗਮ ਫਾਤਮਾ, ਉੱਡ ਕੇ ਆ ਜਾ। ਜੰਗ ਦੀਆਂ ਦੂਜੀਆਂ ਔਰਤਾਂ ਫਾਤਮਾ ਨੂੰ ਵਿਰਾ ਕੇ ਛੱਤ ਤੋਂ ਲਾ ਲਿਆਉਂਦੀਆਂ। ਜੰਗ
ਆਪਣੇ ਕਾਮਿਆਂ ਨੂੰ ਹੁਕਮ ਦਿੰਦਾ। ਉਹ ਫਜ਼ਲੋਂ ਨੂੰ ਲੱਤਾਂ ਨਾਲ ਕੁੱਟ ਕੇ ਉਸ ਦੇ ਘਰੇ ਸੁੱਟ ਜਾਂਦੇ। ਇੱਕ ਦਿਨ ਜੰਗ ਆਪਣੇ ਦਰਵਾਜ਼ੇ ਵਿੱਚ ਬੈਠਾ ਸ਼ੀਸ਼ੇ ਮੋਚਨੇ ਨਾਲ ਦਾੜੀ ਵਿੱਚੋਂ ਧੌਲੇ ਚੁਗ ਰਿਹਾ ਸੀ। ਜਦ ਪਿੰਡ ਦੇ ਚੁਗਲ ਗੱਜਣ ਨੇ ਆ ਕੇ ਉਸ ਦੇ ਕੰਨ ਵਿੱਚ ਕੁਝ ਕਿਹਾ, ਜੰਗ ਉਸ ਨੂੰ ਅੰਦਰਲੀ ਬੈਠਕ ਵਿੱਚ ਲੈ ਗਿਆ। ਗੱਜਣ ਜੰਗ ਨੂੰ ਦੱਸ ਰਿਹਾ ਸੀ ਕਿ ਨਾਲ ਦੇ ਪਿੰਡ ਵਾਲੇ ਉਸ ਦੇ ਦੁਸ਼ਮਣ ਕੈਲਾ ਤੇ ਜੈਲਾ ਦੋਵੇਂ ਭਰਾ ਗੱਡਾ ਜੋੜ ਕੇ ਛੱਪੜ ਵਿੱਚ ਸਣ ਦੇ ਗਰਨੇ ਦੱਬਣ ਆਏ ਨੇ। ਗੱਜਣ ਦੱਸ ਰਿਹਾ ਸੀ ਕਿ ਉਹਨਾਂ ਪਾਸ ਗੰਡਾਸੇ ਵੀ ਹਨ। ਮੇਲੇ ਤੇ ਕਈ ਵਾਰੀ ਜੰਗ ਦੀ ਉਹਨਾਂ ਨਾਲ ਲੜਾਈ ਹੋਈ ਸੀ। ਗਰਨੇ ਦੱਬਣ ਦਾ ਤਾਂ ਸਿਰਫ ਬਹਾਨਾ ਸੀ। ਸ਼ਾਮੇ ਕੇ ਜੰਗ ਨੂੰ ਸਿੱਧੀ ਵੰਗਾਰ ਸੀ ਕਿ ਜੇ ਤੇਰੇ ਵਿੱਚ ਦਮ ਹੈ ਤਾਂ ਆ ਸਾਡੇ ਸਾਹਮਣੇ। ਇਹ ਸਭ ਕੁਝ ਗੱਜਣ ਜੰਗ ਨੂੰ ਹੌਲੀ ਆਵਾਜ਼ ਵਿੱਚ ਦੱਸ ਰਿਹਾ ਸੀ। ਅਗਲੀ ਸਵਾਤ ਜੋ ਬੈਠਕ ਦੇ ਨਾਲ ਲੱਗਦੀ ਸੀ, ਉਸ ਦੀ ਬਾਰੀ ਵਿੱਚ ਖੜੀ ਫਾਤਿਮਾ ਸਾਰੀ ਗੱਲ ਸੁਣ ਰਹੀ ਸੀ। ਗੱਜਣ ਚੁਗਲੀ ਕਰਕੇ ਤੁਰ ਗਿਆ। ਜੰਗ ਮੰਜੇ ਤੇ ਬੈਠਾ ਸੋਚੀ ਪੈ ਗਿਆ। ਫਾਤਿਮਾ ਬੈਠਕ ਵਿੱਚ ਆਉਂਦੀ ਜੰਗ ਨੂੰ ਬੋਲੀ, ਕਿਉਂ ਸੋਚੀ ਪੈ ਗਿਆ ਵੱਡਿਆ ਸੂਰਮਿਆ? ਦੁਸ਼ਮਣ ਤੇਰੇ ਪਿੰਡ ਦੇ ਦਰ ਤੇ ਆ ਕੇ ਵੰਗਾਰਨ? ਸਾਰੇ ਪਿੰਡ ਵਿੱਚ ਸ਼ਾਮੇ ਕਾ ਜੰਗ ਹੁੰਦੀ ਹੈ। ਜਾਂ ਲੱਗ ਪਤੰਦਰਾਂ ਦੇ ਮੱਥੇ, ਜਾਂ ਫਿਰ ਐਂ ਕਰ। ਫਾਤਿਮਾ ਨੇ ਆਪਣੀ ਬਾਂਹ ਵਿੱਚੋਂ 2 ਚੂੜੀਆਂ ਲਾਂਘਾਂ ਉਸ ਅੱਗੇ ਕੀਤੀਆਂ ਤੇ ਆ ਪਾ ਲੈ। ਜੰਗ ਦੀਆਂ ਅੱਖਾਂ ਲਾਲ ਹੋ ਗਈਆਂ। ਉਸ ਦੇ ਰੋਮ ਖੜੇ ਹੋ ਗਏ। ਉਸਨੇ ਕ੍ਰੋਧ ਨਾਲ ਉੱਠ ਕੇ ਫਾਤਿਮਾ ਦੇ ਜ਼ੋਰ ਦੀ ਚਪੇੜ ਮਾਰੀ। ਫਾਤਿਮਾ ਡਿੱਗ ਪਈ ਅਤੇ ਉਹ ਆਪਣੀ ਸੰਮਾਂ ਵਾਲੀ ਡਾਂਗ ਚੁੱਕ ਛੱਪੜ ਵੱਲ ਚਲਿਆ ਗਿਆ। ਸਾਰੇ ਪਿੰਡ ਵਿੱਚ ਗੱਲ ਧੁੰਮ ਗਈ। ਜੰਗ ਦੀ ਕੈਲੇ ਤੇ ਜੈਲੇ ਨਾਲ ਘੰਟਾ ਡਾਂਗ ਚੱਲੀ। ਕੈਲਾ ਤੇ ਜੈਲਾ ਹੰਭ ਗਏ ਸਨ। ਜੰਗ ਨੇ ਦੋਵਾਂ ਦੀਆਂ ਧੌਣਾਂ ਆਪਣੀਆਂ ਬਾਹਾਂ ਵਿੱਚ ਲੈ ਕੇ ਉਹਨਾਂ ਨੂੰ ਛੱਪੜ ਵਿੱਚ ਡੋਬ ਕੇ ਮਾਰ ਦਿੱਤਾ। ਜੰਗ ਘਰੇ ਆ ਕੇ ਕਿਧਰੇ ਭੱਜਣ ਲਈ ਘੋੜੀ ਤਿਆਰ ਕਰਨ ਲੱਗਿਆ। ਫਾਤਿਮਾ ਉਸ ਦੇ ਅੱਗੇ ਆ ਕੇ ਬਿਜਲੀ ਦੀ ਤਰ੍ਹਾਂ ਕੜਕੀ, ਕਿਉਂ ਭੱਜਣ ਦੀ ਤਿਆਰੀ ਕਰਦਾ? ਡਰ ਗਿਆ ਵੱਡਿਆ ਬਦਮਾਸ਼ਾ? ਬਦਮਾਸ਼ ਤਾਂ ਡਰਦੇ ਨਹੀਂ ਹੁੰਦੇ। ਭੱਜਣਾ ਮਰਦਾਂ ਦਾ ਕੰਮ ਨਹੀਂ। ਜੰਗ ਕਚੀਚੀ ਵੱਟ ਕੇ ਫਾਤਿਮਾ ਨੂੰ ਝਈ ਲੈ ਕੇ ਪਿਆ। ਉਹ ਕੀ ਬਕਦੀਆਂ ਕਮਜਾਤੇ? ਹਾਂ ਮੈਂ ਤਾਂ ਕਮਜਾਤ ਹਾਂ, ਤੂੰ ਤਾਂ ਸੂਰਮਾ ਹੈ, ਭੱਜਣ ਕਾਹਤੋਂ ਲੱਗੇ? ਜੰਗ ਨੇ ਲਲਕਾਰਾ ਮਾਰ ਕੇ ਸੰਮਾਂ ਵਾਲੀ ਡਾਂਗ ਫੜੀ, ਆਪਣੇ ਦਰਵਾਜ਼ੇ ਦੇ ਵਾਰ ਵਿੱਚ ਬੈਠ ਗਿਆ। ਪੁਲਿਸ ਆਈ ਤੇ ਉਸ ਨੂੰ ਫੜ ਕੇ ਲੈ ਗਏ। ਕੈਲਾ ਤੇ ਜੈਲਾ ਦੇ ਹੋਰ ਭਰਾ ਸਨ। ਉਹਨਾਂ ਦਾ ਪਿੱਛਾ ਤਕੜਾ ਸੀ। ਉਹਨਾਂ ਦੇ ਸਕੇ ਸੰਬੰਧੀ ਤਕੜੇ ਸਨ। ਜ਼ਮੀਨ ਵੀ ਬਹੁਤ ਸੀ। ਮੁਕੱਦਮਾ ਚੱਲਿਆ, ਗਵਾਹ ਭੁਗਤੇ, ਪੇਸ਼ੀਆਂ ਪਈਆਂ। ਸ਼ਾਮੇ ਕੀ ਜੰਗ ਨੂੰ ਫਾਂਸੀ ਦੀ ਸਜ਼ਾ ਹੋ ਗਈ। ਕੁਝ ਦਿਨਾਂ ਵਿੱਚ ਹੀ ਉਸ ਨੂੰ ਫਾਂਸੀ ਦੇ ਦਿੱਤੀ ਗਈ। ਜਦ ਜੰਗ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਤਾਂ ਸੋਗ ਛਾ ਗਿਆ। ਕਾਮੇ ਖਿੰਡ ਗਏ। ਔਰਤਾਂ ਆਪਣੇ ਆਪਣੇ ਪੇਖੀ ਚਲੀਆਂ ਗਈਆਂ। ਰਿਸ਼ਤੇਦਾਰ ਉਸ ਦਾ ਮਾਲ ਪਸ਼ੂ ਲੈ ਗਏ। ਮਾਮਲਾ ਖਤਮ। ਫਾਤਿਮਾ ਆਪਣੇ ਘਰ ਜਾ ਕੇ ਫਜ਼ਲੂ ਦੇ ਗਲ ਨੂੰ ਚੁੰਬੜ ਗਈ। ਕੁਝ ਸਮੇਂ ਮਗਰੋਂ ਜੰਗ ਦਾ ਘਰ ਵੀ ਮੀਂਹਾਂ ਵਿੱਚ ਢਹਿ ਗਿਆ। ਜਿਸ ਘਰ ਤੋਂ ਚਿੜੀ ਨਹੀਂ ਸੀ ਲੰਘਦੀ,
ਉੱਥੇ ਕਾਂ ਪੈਣ ਲੱਗ ਪਏ। ਫਾਤਿਮਾ ਨਾਨੇ ਨਾਲ ਗੱਲਾਂ ਲੱਗੀ ਹੋਈ ਸੀ ਕਿ ਮਾਂ ਨੇ ਅੱਖ ਬਚਾ ਕੇ ਆਟੇ ਦਾ ਕੌਲਾ ਉਸ ਦੀ ਬਗਲੀ ਵਿੱਚ ਆ ਪਾਇਆ। ਉਹ ਮਾਂ ਨੂੰ ਅਸੀਸਾਂ ਦਿੰਦੀ ਤੁਰ ਗਈ। ਭਲਾ ਹੋਵੇ, ਅੱਲਾ ਖੈਰ ਕਰੇ, ਬੁੱਢ ਸੁਹਾਗਣ ਹੋਵੇ, ਵੀਰ ਜਿਉਣ, ਦੁੱਧੀ ਪੁੱਤੀ ਫਲੇ, ਵੱਡੀ ਸਾਰੀ ਉਮਰ ਕਰੇ ਮੌਲਾ। ਉਸ ਆਪਣੇ ਘਰੇ ਵੜਦੀ ਨੇ ਰੋਜ਼ ਵਾਂਗ ਫਜ਼ਲੂ ਨੂੰ ਆਵਾਜ਼ ਮਾਰੀ, ਏ ਮੀਆਂ ਫਜ਼ਲਦੀਨ। ਹਾਂ ਫਾਤਿਮਾ, ਜੀਣਾ ਏ? ਬਿਲਾ ਸ਼ੱਕ। ਅਤੇ ਇਸ ਉਮਰ ਦੀ ਸ਼ਾਮ ਵਿੱਚ ਉਹਨਾਂ ਦੇ ਝੁਰੜੀਆਂ ਭਰੇ ਹਾਸੇ ਆਪਸ ਵਿੱਚ ਰਲ ਕੇ ਇੱਕਮਿਕ ਹੋ ਗਏ। ਹੁਣੇ ਤੁਸੀਂ ਸੁਣ ਰਹੇ ਸੀ ਭੂਰਾ ਸਿੰਘ ਕਲੇਰ ਦੀ ਲਿਖੀ ਹੋਈ ਕਹਾਣੀ ਬੇਗਮ ਫਾਤਿਮਾ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਤੁਹਾਡੇ ਵਡਮੁੱਲੇ ਵਿਚਾਰਾਂ ਦੀ ਸਾਨੂੰ ਆਸ ਰਹੇਗੀ। ਤੇ ਹੁਣ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ। ਖੁਸ਼ ਰਹੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।